ਸਤਿ ਸ਼੍ਰੀ ਅਕਾਲ ਜੀ। ਕਾਫੀ ਦਿਨਾਂ ਤੋਂ ਸਾਨੂੰ ਵਿਦਿਆਰਥੀਆਂ ਦੇ ਇਹ ਕੁਐਰੀਜ਼ ਆ ਰਹੀਆਂ ਸੀ ਕਿ ਕਿਸ ਤਰੀਕੇ ਨਾਲ ਅਸੀਂ ਪੀਸੀਐਸ ਦੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ, ਕਿਉਂਕਿ ਮੈਕਸਿਮਮ ਆਪਣੇ ਕੋਲ ਆਪਾਂ 100 ਡੇਜ਼ ਲੈ ਕੇ ਚੱਲ ਰਹੇ ਹਾਂ ਪ੍ਰੀ ਦੇ ਵਿੱਚ। ਅਤੇ ਪ੍ਰੀ ਦੇ ਵਿੱਚ ਆਪਾਂ ਕਿਉਂਕਿ 100 ਡੇਜ਼ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਆਪਣੇ ਸੋਰਸਿਸ ਨੂੰ ਆਪਣਾ ਕੋਲੈਕਟ ਕਰਕੇ ਕਿਹੜੇ ਸੋਰਸਿਸ ਤੋਂ ਕੀ ਪੜ੍ਹਨਾ ਆ, ਕਿਵੇਂ ਪੜ੍ਹਨਾ ਆ ਅਤੇ ਕਿਵੇਂ ਤਿਆਰੀ ਕਰ ਸਕਦੇ ਹਾਂ, ਕਿਵੇਂ ਆਪਾਂ ਇਸ ਛੋਟੇ ਟਾਈਮ ਦੇ ਵਿੱਚ, ਘੱਟ ਟਾਈਮ ਦੇ ਵਿੱਚ ਜ਼ਿਆਦਾ ਪ੍ਰੋਡਕਟੀਵਿਟੀ ਆਪਣੀ ਕਰ ਸਕਦੇ ਹਾਂ। ਆਓ ਜੀ ਅਸੀਂ ਗੱਲ ਕਰਦੇ ਹਾਂ ਭਰਤ ਲੂੰਬਾ ਜੀ ਨਾਲ। ਇਹਨਾਂ ਦਾ ਐਕਸਪੀਰੀਅੰਸ ਕਾਫੀ ਰਿਹਾ ਗਾ ਇਸ ਪੇਪਰ ਦੇ ਨਾਲ, ਕਿਉਂਕਿ ਇਹ 3 ਵਾਰ ਇੰਟਰਵਿਊ ਫੇਸ ਕਰ ਚੁੱਕੇ ਨੇ PPSC ਦੀ, ਅਤੇ ਹੁਣ ਵੀ ਨਾਲ ਜੁੜੇ ਹੋਏ ਨੇ। ਅਤੇ ਆਓ ਇਹ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਇਹ ਆਪਣੇ ਥੋੜ੍ਹੇ ਟਾਈਮ ਦੇ ਵਿੱਚ ਜ਼ਿਆਦਾ ਤਿਆਰੀ ਵੱਲ ਪ੍ਰੇਰਿਤ ਹੋ ਸਕਦੇ ਹਾਂ ਅਸੀਂ। ਆਓ ਜੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਮੈਂ ਸਾਰੇ ਸਟੂਡੈਂਟਸ ਦਾ ਵੈਲਕਮ ਕਰਦਾ ਇਨਸਾਈਟ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਇਸ ਚੈਨਲ ਰਾਹੀਂ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਜਿਹੜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਉਹਨਾਂ ਨੇ ਪੇਪਰ ਦੀ ਐਡਵਰਟਾਈਜ਼ਮੈਂਟ ਆਲਰੇਡੀ ਕੱਢ ਚੁੱਕੇ ਨੇ, ਅਤੇ ਜਿਹੜਾ ਤਿਆਰੀ ਦਾ ਪ੍ਰੋਸੈਸ ਹੈ ਉਹ ਸਾਰਿਆਂ ਨੇ ਸ਼ੁਰੂ ਕਰਤਾ ਹੈ। ਅੱਜ ਦੀ ਵੀਡੀਓ ਦਾ ਸਾਡਾ ਬੇਸਿਕ ਮਕਸਦ ਆ ਹੈ ਕਿ ਤੁਹਾਨੂੰ ਗਾਈਡੈਂਸ ਦਿੱਤੀ ਜਾਵੇ। ਜਿਵੇਂ ਮੈਂ ਪਹਿਲਾਂ ਵੀਡੀਓ ਦੱਸਿਆ ਸੀ, ਕਲੈਰਿਟੀ ਆਫ ਥਾਟ ਤੁਹਾਨੂੰ ਦਿੱਤੀ ਜਾਵੇ ਕਿ ਕੀ ਚੀਜ਼ ਤਿਆਰੀ ਵਾਸਤੇ ਜ਼ਰੂਰੀ ਹੈ ਜਿਹਨੂੰ ਆਪਾਂ ਫੋਲੋ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਆਈ ਫੀਲ ਕਰਦਾ ਕਿ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਬਿਗਨਰਸ ਹੈਗੇ ਨੇ, ਜਿਨ੍ਹਾਂ ਨੇ ਤਿਆਰੀ ਪਹਿਲੀ ਵਾਰੀ ਪੇਪਰ ਜਾਂ ਦੂਜੀ ਵਾਰੀ ਪੇਪਰ ਦੇਣਾ। ਅਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਬੇਸਿਕਸ ਨੇ, ਜਿਵੇਂ ਬੇਸਿਕਸ ਇੱਕ ਇਮਾਰਤ ਆਪਾਂ ਖੜੀ ਕਰਦੇ ਹਾਂ, ਜਿਹੜਾ ਢਾਂਚਾ ਹੈ, ਉਹ ਜਿਹੜੀ ਫਾਊਂਡੇਸ਼ਨ ਹੈ, ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ। ਅਤੇ ਬੇਸਿਕਸ ਜਿਹੜੇ ਨੇ ਉਹਨਾਂ 'ਤੇ ਵਰਕ ਕਰਨਾ ਸਭ ਤੋਂ ਇੰਪੋਰਟੈਂਟ ਹੋਏਗਾ। ਜਿਵੇਂ ਕਿ ਮੈਨੂੰ ਉਮੀਦ ਹੈ ਕਿ ਹੁਣ ਜਿਹੜੇ ਸਾਡੇ ਸਟੂਡੈਂਟਸ ਨੇ ਉਹਨਾਂ ਨੇ ਸਿਲੇਬਸ ਦੇ ਥਰੂ ਗੋ ਥਰੂ ਕੀਤਾ ਹੋਏਗਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਿਲੇਬਸ A to Z ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਕੀ ਡਿਮਾਂਡ ਕਰਦਾ ਹੈ ਪੇਪਰ ਸਾਡੇ ਤੋਂ। ਮੈਂ ਤੁਹਾਨੂੰ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਦੇ ਦਾਂਗਾ ਕਿ ਪੇਪਰ ਜਿਵੇਂ 1 ਅਤੇ ਪੇਪਰ 2 ਹੈਗਾ। ਪ੍ਰੀਲਿਮਸ ਦੀ ਮੈਂ ਗੱਲ ਕਰ ਰਿਹਾ ਇੱਥੇ। ਜਨਰਲ ਸਟੱਡੀਜ਼ ਪੇਪਰ 1 ਹੋਏਗਾ, ਪੇਪਰ 2 CSET ਦੇ ਆਲੇ ਦੁਆਲੇ ਘੁੰਮੇਗਾ। 80 ਕੁਐਸਚਨਸ ਪੇਪਰ 2 'ਚ ਹੋਣਗੇ 2.5 ਨੰਬਰਾਂ ਦੇ। 100 ਕੁਐਸਚਨ ਜਨਰਲ ਸਟੱਡੀਜ਼ ਦੇ ਪੇਪਰ 'ਚ ਹੋਣਗੇ 2 ਨੰਬਰਾਂ ਦੇ। 200 + 200 ਹੋਏਗਾ 400 ਨੰਬਰਾਂ ਦੇ ਵਿੱਚ ਤੁਹਾਡੀ ਵੈਲਿਊਏਸ਼ਨ ਹੋਏਗੀ। ਮੈਂ GS ਬਾਰੇ ਗੱਲ ਕਰਾਂਗਾ, ਪੇਪਰ 1 ਬਾਰੇ। ਉਹਦੇ ਵਿੱਚ ਜਿਵੇਂ ਆਪਣੇ ਕੋਲ ਟੌਪਿਕਸ ਹੋਣਗੇ ਜੀ ਸਾਇੰਸ ਬਾਰੇ, ਬੇਸਿਕ ਸਾਇੰਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ। ਸਟੇਟਸ ਆਫ ਮੈਟਰ, ਸਟਰਕਚਰ ਆਫ ਐਟਮ ਕੀ ਹੁੰਦਾ, ਲਾਈਫ ਔਨ ਅਰਥ ਕੀ ਹੈ, ਜਿਹੜੀਆਂ ਆਪਣੇ ਆਲੇ ਦੁਆਲੇ ਬਿਮਾਰੀਆਂ ਘੁੰਮਦੀਆਂ ਨੇ, ਏਡਜ਼, TB, HIV, ਇਹਨਾਂ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਰੀਜ਼ਨ ਕੀ ਹੈ, ਕਿਵੇਂ ਉਹ ਫੈਲਦੀਆਂ ਨੇ, ਸੋਰਸ ਆਫ ਇਨਫੈਕਸ਼ਨ ਕੀ ਹੁੰਦਾ ਹੈ। ਹੋਰ ਬੇਸਿਕ ਲਾਈਟ ਦੇ ਰਿਫਰੈਕਸ਼ਨ ਦੇ ਕਨਸੈਪਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਉਹਦੇ ਨਾਲ ਇਨਵਾਇਰਮੈਂਟਲ ਸਟੱਡੀਜ਼ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਕੰਪੋਜੀਸ਼ਨ, ਸਟਰਕਚਰ ਆਫ ਐਟਮੋਸਫੇਅਰ ਕੀ ਹੈ, ਸੋਲਰ ਸਿਸਟਮ, ਜਿਵੇਂ ਆਲੇ ਦੁਆਲੇ ਦੀ ਚੀਜ਼ਾਂ ਜਿਹੜੀਆਂ ਆਪਣੀਆਂ ਨੇ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਹੁਣ ਮੈਂ ਕਿਉਂਕਿ ਸਿਲੇਬਸ ਮੈਂ ਉਮੀਦ ਕਰਦਾ ਕਿ ਤੁਸੀਂ ਆਪ ਸਾਰੇ ਗੋ ਥਰੂ ਕਰੋਗੇ। ਹੁਣ ਸਾਇੰਸ ਹੋ ਗਿਆ, ਇਨਵਾਇਰਮੈਂਟ ਹੋ ਗਿਆ, ਪੋਲੀਟੀਕਲ ਥਿਊਰੀ, ਇੰਟਰਨੈਸ਼ਨਲ ਆਰਡਰ ਹੋ ਗਿਆ, ਜਿਵੇਂ ਯੂਨਾਈਟਿਡ ਨੇਸ਼ਨਸ ਹੋ ਗਿਆ। ਅੱਜ ਕੱਲ੍ਹ ਯੂਨਾਈਟਿਡ ਨੇਸ਼ਨ ਦਾ ਆਪਾਂ ਵੇਖਿਆ, ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਬਹੁਤ ਨਿਊਜ਼ ਵਿੱਚ ਹੈਗੀ ਹੈ। ਇਹਨਾਂ ਕਨਸੈਪਟ ਬਾਰੇ WTO, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਹੋਰ BRICS ਹੋ ਗਿਆ, IMF ਹੋ ਗਿਆ, ਇੱਦਾਂ ਦੇ ਕਨਸੈਪਟ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਬੇਸਿਕਲੀ ਇਹਨਾਂ ਦੀ ਆਰਗੇਨਾਈਜੇਸ਼ਨ ਕੀ ਹੈ। ਇਸ ਤੋਂ ਅੱਗੇ ਚੱਲੀਏ ਤਾਂ ਇੰਡੀਅਨ ਪੋਲਿਟੀ ਵੀ ਆਪਣੇ ਸਿਲੇਬਸ ਵਿੱਚ ਹੈਗਾ ਜੀ। ਇੰਡੀਅਨ ਪੋਲਿਟੀ, ਕੌਨਸਟੀਟਿਊਸ਼ਨ ਦੇ ਬੇਸਿਕ ਫੀਚਰਸ ਆਪਾਂ ਨੂੰ ਪਤਾ ਨੇ, ਪ੍ਰੋਵੀਜ਼ਨਸ ਕੌਨਸਟੀਟਿਊਸ਼ਨ ਦੀਆਂ ਕੀ ਨੇ, ਅਮੈਂਡਮੈਂਟਸ ਕੀ ਹੋਈਆਂ ਨੇ, ਆਪਣੇ ਸਟਰਕਚਰ ਆਫ ਕੌਨਸਟੀਟਿਊਸ਼ਨ, ਪੰਚਾਇਤੀ ਰਾਜ, ਇਲੈਕਸ਼ਨਸ, ਆਹ ਸਾਰੀਆਂ ਚੀਜ਼ਾਂ ਜਿਹੜੀਆਂ ਆਲਰੇਡੀ ਸਿਲੇਬਸ 'ਚ ਮੈਂਸ਼ਨ ਨੇ, ਤੁਸੀਂ ਉਹਨੂੰ ਇੱਕ ਵਾਰੀ ਦੇਖੋ। ਹਿਸਟਰੀ ਆਫ ਇੰਡੀਆ ਬਾਰੇ ਆਪਾਂ ਨੂੰ ਪਤਾ ਚਾਹੀਦਾ। ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਆਪਾਂ ਸ਼ੁਰੂ ਕਰਾਂਗੇ। ਆਰੀਅਨ ਤੇ ਵੈਦਿਕ ਏਜ, ਬੁੱਧਿਜ਼ਮ, ਮੌਰਿਆ ਗੁਪਤਾ ਪੀਰੀਅਡ, ਮੁਗਲਸ ਬਾਰੇ, ਯੂਰਪੀਅਨ ਪਾਵਰਸ ਕਿਵੇਂ ਆਈਆਂ, ਹੈ ਨਾ, 1857 ਦਾ ਰਿਵੋਲਟ, ਇਹਦੇ ਬਾਰੇ, ਬ੍ਰਿਟਿਸ਼ ਰੂਲ ਅਤੇ ਇੰਡੀਅਨ ਨੈਸ਼ਨਲ ਮੂਵਮੈਂਟ ਬਾਰੇ ਆਪਾਂ ਨੂੰ ਪੜ੍ਹਨਾ ਜ਼ਰੂਰੀ ਹੈ, ਜਿਹੜਾ ਕਿ ਮਾਡਰਨ ਹਿਸਟਰੀ ਦਾ ਪਾਰਟ ਹੈ। PCS ਦੇ ਪ੍ਰੀਲਿਮਸ ਵਿੱਚ ਵਰਲਡ ਹਿਸਟਰੀ ਵੀ ਮੈਂਸ਼ਨਡ ਹੈ ਜੀ। ਅਤੇ ਜਿਵੇਂ ਫ੍ਰੈਂਚ ਰੈਵੋਲਿਊਸ਼ਨ, ਰਸ਼ੀਅਨ ਰੈਵੋਲਿਊਸ਼ਨ, ਵਰਲਡ ਵਾਰਸ 1 and 2 ਹੋਈਆਂ, ਉਹਨਾਂ ਬਾਰੇ ਵੀ ਆਪਾਂ ਨੂੰ ਨੌਲੇਜ ਜ਼ਰੂਰੀ ਹੈ। ਇੰਡੀਅਨ ਇਕੋਨਮੀ ਦਾ ਆਪਾਂ ਥੋਰੋ ਸਟੱਡੀ ਕਰਨੀ ਹੈ, ਕਿਉਂਕਿ ਇੱਕ ਇੰਪੋਰਟੈਂਟ ਟੌਪਿਕ ਹੁੰਦਾ ਜੀ। ਇਹਦੇ ਆਲੇ ਦੁਆਲੇ ਕਾਫੀ ਕੁਐਸਚਨਸ ਘੁੰਮਦੇ ਨੇ ਇਕੋਨਮੀ ਅਤੇ ਪੋਲਿਟੀ ਦੇ ਆਲੇ ਦੁਆਲੇ। ਜਿਓਗ੍ਰਾਫੀ ਵੀ ਆਪਾਂ ਸਟੱਡੀ ਕਰਨੀ ਹੈ। ਉਹਦੇ ਵੀ ਬੇਸਿਕ ਕਨਸੈਪਟ ਪਾਪੂਲੇਸ਼ਨ ਦੇ, ਹੈ ਨਾ, ਡਿਸਟਰੀਬਿਊਸ਼ਨ, ਡੈਂਸਿਟੀ, ਗਰੋਥ ਐਂਡ ਕੰਪੈਰੀਜ਼ਨ ਕਿਵੇਂ, ਮਾਈਗ੍ਰੇਸ਼ਨ ਕਿਵੇਂ ਹੁੰਦੀ ਹੈ, ਹਿਊਮਨ ਡਿਵੈਲਪਮੈਂਟ ਦੇ ਕਨਸੈਪਟ ਕੀ ਨੇ, ਵਾਟਰ ਰਿਸੋਰਸਿਸ, ਮਿਨਰਲ ਰਿਸੋਰਸਿਸ, ਇਹਨਾਂ ਬਾਰੇ ਵੀ ਆਪਾਂ ਨੂੰ ਕੰਪਲੀਟ ਜਾਣਕਾਰੀ ਹੋਣੀ ਚਾਹੀਦੀ ਹੈ। ਨਾਲ ਹੀ ਨਾਲ ਆਪਾਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਕਿ ਨਿਊਜ਼ਪੇਪਰ ਫੋਲੋ ਕਰਨਾ ਜ਼ਰੂਰੀ ਹੈ। ਉਹਦੇ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਜਿਹੜੇ ਮੁੱਦੇ ਨੇ ਆਪਾਂ ਉਹਨਾਂ ਨੂੰ ਬਰੀਕੀ ਨਾਲ ਸਟੱਡੀ ਕਰਨਾ। PPSC ਦਾ ਪੇਪਰ ਦੇ ਵਿੱਚ ਪੰਜਾਬ ਦੇ ਟੌਪਿਕਸ ਜਿਹੜੇ ਉਹ ਵੀ ਬਹੁਤ ਅਹਿਮੀਅਤ ਰੱਖਦੇ ਨੇ ਜੀ। ਇਹਦੇ ਵਿੱਚ ਵੀ 15 ਤੋਂ 20 ਨੰਬਰ ਤੁਹਾਡੇ ਪੰਜਾਬ ਦੇ ਟੌਪਿਕਸ 'ਤੇ ਘੁੰਮਦੇ ਨੇ। ਪੰਜਾਬ ਦੀ ਜਿਓਗ੍ਰਾਫੀ, ਪੀਪਲ, ਸੋਸਾਇਟੀ ਅਤੇ ਕਲਚਰ, ਪੰਜਾਬ ਦੀ ਹਿਸਟਰੀ, ਜੇ ਸੂਫੀ ਸੇਂਤ ਗੁਰੂ ਹੋਏ ਨੇ ਆਪਣੇ, ਲੋਡੀਜ਼, ਮੁਗਲਸ ਕਿਵੇਂ ਆਏ, ਸਿੱਖ ਰੂਲਰਸ ਜਿਹੜੇ ਹੋਏ ਨੇ ਆਪਣੇ, ਨੈਸ਼ਨਲਿਸਟ ਮੂਵਮੈਂਟ ਪੰਜਾਬ ਦੀ, ਇੰਡੀਪੈਂਡੈਂਟ ਇੰਡੀਆ ਦੇ ਵਿੱਚ ਪੰਜਾਬ ਦਾ ਰੋਲ, ਪੰਜਾਬ ਦੀ ਇਕੋਨਮੀ, ਇਹਨਾਂ ਆਲੇ ਦੁਆਲੇ ਪੇਪਰ ਘੁੰਮੂਗਾ।
ਸਭ ਤੋਂ ਪਹਿਲਾਂ ਜਿਹੜੇ ਤਿਆਰੀ ਕਰਨਾ ਸ਼ੁਰੂ ਕਰੋਗੇ, ਮੈਂ ਗਾਈਡ ਕਰਾਂਗਾ ਕਿ ਜਿਹੜੇ 9ਵੀਂ 10ਵੀਂ 8ਵੀਂ ਦੀਆਂ ਜਿਹੜੀਆਂ NCERTs ਨੇ, ਜਿਹੜੀਆਂ ਕਿ ਬੇਸਿਕਲੀ ਔਨਲਾਈਨ ਆਪਾਂ ਨੂੰ ਈਜ਼ੀਲੀ ਅਵੇਲੇਬਲ ਨੇ। NCERT ਦੀ ਸਾਈਟ 'ਤੇ ਆਪਾਂ ਜਾਈਏ, ਗੂਗਲ 'ਤੇ ਲਿਖੀਏ ਤੇ ਤੁਹਾਨੂੰ ਈਜ਼ੀਲੀ ਬੁੱਕਸ ਅਵੇਲੇਬਲ ਹੋ ਜਾਂਦੀਆਂ ਨੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਗਾਈਡ ਕਰਾਂਗਾ ਕਿ NCERT ਨੂੰ ਥੋਰੋ ਹੋਣਾ ਬਹੁਤ ਜ਼ਰੂਰੀ ਹੈ। ਅੱਜ ਜਿਵੇਂ ਜੂਨ ਦਾ ਮਹੀਨਾ ਦੇ 20 ਦਿਨ ਰਹਿ ਗਏ ਨੇ ਤੇ ਜੁਲਾਈ ਹੈ, ਮੈਂ ਉਮੀਦ ਕਰਦਾ ਕਿ ਜਿਹੜੇ ਇਨਸਾਈਡ ਪੰਜਾਬ ਦੇ ਫੋਲੋਅਰਸ ਨੇ, ਸਟੂਡੈਂਟਸ ਨੇ, ਉਹ ਅੱਜ ਜੂਨ ਜੁਲਾਈ ਦੇ ਮਹੀਨੇ ਨੂੰ ਚੰਗੀ ਤਰ੍ਹਾਂ ਵਰਤਣ ਤੇ ਆਪਣਾ ਬੇਸ ਇੰਨਾ ਕੁ ਸੋਲਿਡ ਕਰ ਲੈਣ। ਬੇਸ ਸੋਲਿਡ ਕਰਨ ਵਾਸਤੇ ਸਭ ਤੋਂ ਇੰਪੋਰਟੈਂਟ ਗਾਈਡੈਂਸ ਤੁਹਾਨੂੰ ਜਿਹੜੀ ਹੈ ਉਹ NCERT ਤੋਂ ਮਿਲੇਗੀ। NCERT ਨੂੰ ਥੋਰੋ ਤੁਸੀਂ ਸਟੱਡੀ ਕਰਨਾ ਹੈ। ਹਰ ਟੌਪਿਕ ਦੀ NCERT ਆਨਲਾਈਨ ਈਜ਼ੀਲੀ ਅਵੇਲੇਬਲ ਹੈ। ਕਿਤੇ ਮਾਰਕੀਟ ਜਾਣ ਦੀ, ਕਿਤੇ ਧੱਕੇ ਖਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਲੈਪਟਾਪ ਤੇ ਆਪਣੇ ਮੋਬਾਈਲ ਤੇ ਪੜ੍ਹ ਸਕਦੇ ਹੋ, ਪ੍ਰਿੰਟ ਆਊਟਸ ਲੈ ਸਕਦੇ ਹੋ ਤੇ ਈਜ਼ੀਲੀ ਤੁਸੀਂ NCERT ਨੂੰ ਫੋਲੋ ਕਰ ਸਕਦੇ ਹੋ। ਮੈਂ ਸਾਰਿਆਂ ਨੂੰ ਗਾਈਡ ਕਰਾਂਗਾ ਕਿ ਅੱਜ ਤੋਂ ਇੱਕ ਪੱਕਾ ਨਿਯਮ ਬਣਾ ਲਓ, ਦ੍ਰਿੜ ਨਿਸ਼ਚਾ ਕਰ ਲਓ ਮਨ ਦੇ ਵਿੱਚ ਕਿ ਮੈਂ 8 ਘੰਟੇ 9 ਘੰਟੇ ਸਟੱਡੀ ਦੇਣੀ ਹੈ NCERTਆਂ ਨੂੰ। ਜੂਨ ਦਾ ਮਹੀਨਾ 20 ਦਿਨ, ਜੁਲਾਈ ਮੈਂ ਬਾਰ-ਬਾਰ ਕਹਿ ਰਿਹਾ, ਜਿਹੜੇ 50 ਦਿਨ ਨੇ ਇਹਨਾਂ ਦੇ ਵਿੱਚ ਤੁਸੀਂ ਆਪਣੀ ਫਾਊਂਡੇਸ਼ਨ ਬੇਸਿਕਸ ਇੰਨੇ ਕੁ ਕਲੀਅਰ ਕਰ ਲੈਣੇ, ਕਿਉਂਕਿ 60% ਆਫ ਦਾ ਪੇਪਰ GS1 ਦਾ ਵਿਲ ਰਿਵੋਲਵ ਅਰਾਊਂਡ ਦਾ ਬੇਸਿਕ ਕਨਸੈਪਟਸ। ਬੇਸਿਕ ਕਨਸੈਪਟ ਜਿਨ੍ਹਾਂ ਦੇ ਕਲੀਅਰ ਹੋਣਗੇ ਉਹਨਾਂ ਨੂੰ 60% ਆਫ ਦਾ ਪੇਪਰ ਵਿੱਚ ਬੜੀ ਆਸਾਨੀ ਨਾਲ ਉਹ ਆਪਣਾ ਪੇਪਰ ਨੂੰ ਕਰੈਕ ਕਰ ਸਕਣਗੇ। ਰਿਮੇਨਿੰਗ ਪੋਰਸ਼ਨ ਜਿਹੜਾ ਤੁਹਾਨੂੰ ਮੈਂ ਕਰੰਟ ਅਫੇਅਰਸ ਕਿਹਾ ਹੈਗਾ, ਆਪਣੀਆਂ ਅਖਬਾਰਾਂ ਪੜ੍ਹਦੇ ਰਹੋ। ਅਖਬਾਰਾਂ ਦੇ ਵਿੱਚ ਜਿਹੜੇ ਟੌਪਿਕ ਘੁੰਮਦੇ ਨੇ ਉਹਨਾਂ ਬਾਰੇ ਡੀਪ ਸਟੱਡੀ ਗੂਗਲ ਤੋਂ ਕਰੋ, ਆਪਣਾ ਮੋਬਾਈਲ ਕੋਲ ਰੱਖੋ। ਜਿਹੜਾ ਟੌਪਿਕ ਤੁਹਾਨੂੰ ਲੱਗਦਾ ਹੈ ਕਿ ਹਾਂ ਜੀ ਅੱਜ ਕਿਹਾ ਕਿ WHO ਨੇ ਵਾਰਨਿੰਗ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਜਾਂ ਇੰਡੀਆ ਦੇ ਵਿੱਚ ਕਰੋਨਾ ਦੀ ਪੀਕ ਜੁਲਾਈ ਅਗਸਤ ਵਿੱਚ ਆਏਗੀ, ਮਤਲਬ WHO ਦੇ ਆਲੇ ਦੁਆਲੇ ਅੱਜ ਕੱਲ੍ਹ ਘੁੰਮਦਾ ਪਿਆ ਕਰੰਟ ਅਫੇਅਰ। ਤੇ ਵੀ ਹੈਵ ਟੂ ਬੀ ਵੈਰੀ ਥੋਰੋ about the organization of World Health Organization, how it functions, how many members are there, which countries are the members, are there guidelines or are there decisions binding on the countries। ਇੱਦਾਂ ਦੀ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੇਪਰ 2 ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਦੀ। ਇਹਦੇ ਵਿੱਚ ਤੁਹਾਨੂੰ ਰੀਡਿੰਗ ਕੰਪਰੀਹੈਂਸ਼ਨ, ਪੰਜਾਬੀ ਤੇ ਇੰਗਲਿਸ਼ ਲੈਂਗੁਏਜ ਦੇ ਐਂਟੋਨਿਮਸ, ਸਿਨੋਨਿਮਸ, ਗ੍ਰਾਮਰ ਤੇ ਸੈਂਟੈਂਸ ਫਾਰਮੇਸ਼ਨ, ਇੰਟਰਪਰਸਨਲ ਸਕਿੱਲਸ, ਲੌਜੀਕਲ ਰੀਜ਼ਨਿੰਗ, ਬੇਸਿਕ ਨਿਊਮੈਰੀਕਲ ਸਕਿੱਲਸ, ਡਾਟਾ ਐਨਾਲਿਸਿਸ, ਇੱਦਾਂ ਦੀ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਣਗੀਆਂ। ਇਹਦੇ ਬਾਰੇ ਤੁਹਾਨੂੰ ਅਸੀਂ ਗਾਈਡ ਕਰਾਂਗੇ ਕਿ RS ਅਗਰਵਾਲ ਦੀ ਕਿਤਾਬ ਆਉਂਦੀ ਹੈ ਜਿਹਦੇ ਵਿੱਚ ਮੈਥਸ ਬਾਰੇ ਤੇ ਆਪਣਾ ਕੰਪਰੀਹੈਂਸ਼ਨ ਐਂਡ ਲੌਜੀਕਲ ਰੀਜ਼ਨਿੰਗ ਬਾਰੇ ਬੜੀ ਸੋਹਣੀ ਤਰ੍ਹਾਂ ਗਾਈਡੈਂਸ ਦਿੱਤੀ ਗਈ ਹੈ। ਨਾਲ ਹੀ ਤੁਸੀਂ ਆਨਲਾਈਨ ਸਰਚ ਕਰੋਗੇ ਤੇ ਤੁਹਾਨੂੰ ਬਹੁਤ ਸੋਹਣੇ ਪੇਪਰਸ ਮਿਲ ਜਾਂਦੇ ਨੇ ਜਿਹੜੇ ਕਿ ਤੁਸੀਂ ਮੈਂ ਗਾਈਡ ਕਰਾਂਗਾ ਕਿ ਅੱਜ ਤੋਂ ਹੀ ਇੱਕ ਪੇਪਰ ਲਾਣਾ ਸ਼ੁਰੂ ਕਰੋ, ਤਿਆਰੀ ਕਰਨੀ ਸ਼ੁਰੂ ਕਰੋ। ਤੁਹਾਨੂੰ ਆਈਡੀਆ ਹੋਣਾ ਸ਼ੁਰੂ ਹੋਏਗਾ ਕਿ UPSC ਜਾਂ PPSC ਦਾ ਪੇਪਰ ਡਿਮਾਂਡ ਕੀ ਕਰਦਾ। ਤੁਸੀਂ ਸਰਚ ਕਰੋ ਗੂਗਲ 'ਤੇ, ਘਰ ਬੈਠੇ ਤੁਹਾਨੂੰ ਪੁਰਾਣੇ ਪੇਪਰਸ ਮਿਲ ਜਾਂਦੇ ਨੇ। ਮੈਂ ਤੁਹਾਨੂੰ ਗਾਈਡ ਕਰਾਂਗਾ ਕਿ ਜਿਹੜੇ UPSC ਦੇ ਪਿਛਲੇ 10-15 ਸਾਲ ਦੇ ਸਿਵਲ ਸਰਵਿਸ ਇਹਦਾ ਜਿਹੜਾ CSAT ਦੇ ਪੇਪਰ ਨੇ, ਇਹਨਾਂ ਨੂੰ ਤੁਸੀਂ ਇੱਕ ਪੇਪਰ ਨੂੰ ਥੋਰੋ ਪੜ੍ਹਨਾ ਸ਼ੁਰੂ ਕਰੋ। ਤੁਹਾਨੂੰ ਆਈਡੀਆ ਹੋਣਾ ਸ਼ੁਰੂ ਹੋਏਗਾ ਕਿ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾਂਦੇ ਨੇ। ਮੈਂ ਫਿਰ ਦੁਬਾਰਾ ਗਾਈਡ ਕਰਾਂਗਾ ਕਿ ਜਿਹੜਾ ਆਹ ਟਾਈਮ ਹੈ ਇਹਨੂੰ ਵੇਸਟ ਨਾ ਕੀਤਾ ਜਾਵੇ। ਸਤੰਬਰ ਦੇ ਵਿੱਚ ਟੈਂਟੇਟਿਵਲੀ PPSC ਨੇ ਲਿਖਿਆ ਕਿ ਪੇਪਰ ਕਰਾਇਆ ਜਾਏਗਾ, ਅਕਤੂਬਰ ਦੇ ਵਿੱਚ ਪੇਪਰ ਹੋਏਗਾ। ਅਕਤੂਬਰ ਦੇ ਵਿੱਚ ਪੇਪਰ ਹੋਣਾ ਮਤਲਬ ਸਾਡੇ ਕੋਲ ਬਹੁਤ ਸੋਹਣਾ ਟਾਈਮ ਹੈ ਕਿ ਜਿਹਦੇ ਵਿੱਚ ਅਸੀਂ ਆਰਾਮ ਨਾਲ ਤਿਆਰੀ ਕਰਕੇ ਮੈਂ ਬਿਗਨਰਸ ਦੀ ਗੱਲ ਕਰ ਰਿਹਾ ਇੱਥੇ। ਬਿਗਨਰਸ ਹੈਵ ਅ ਗੋਲਡਨ ਓਪਰਚੁਨਿਟੀ, ਦੇ ਹੈਵ ਐਂਪਲ ਟਾਈਮ ਟੂ ਕਰੈਕ ਦਿਸ ਐਗਜ਼ਾਮ ਪ੍ਰੋਵਾਈਡਡ ਕਿ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ। ਅੱਜ ਹੀ ਬੈਠੋ, ਇਕੱਲੇ ਬੈਠੋ, 1 ਘੰਟਾ ਆਪਣੇ ਮਾਈਂਡ ਨੂੰ ਕਲੀਅਰ ਕਰੋ, ਆਪਣਾ ਇੱਕ ਟੀਚਾ ਮਿਥੋ, ਇੱਕ ਆਪਣਾ ਟਾਈਮ ਟੇਬਲ ਬਣਾਓ ਕਿ ਮੈਂ ਇੰਨੇ ਤੋਂ ਇੰਨੇ ਘੰਟੇ ਪੜ੍ਹਨਾ ਹੈ, ਇਹਨੂੰ ਬ੍ਰੇਕ ਲੈਣੀ ਹੈ, ਫਿਰ ਦੁਬਾਰਾ ਮੈਂ ਆਪਣੇ ਸਟੱਡੀ ਟੇਬਲ 'ਤੇ ਆ ਕੇ ਪੜ੍ਹਨਾ ਹੈ। ਕਿਉਂਕਿ ਜੇ ਅੱਜ ਤੁਸੀਂ ਦ੍ਰਿੜ ਨਿਸ਼ਚਾ ਕਰ ਲਿਆ ਤੇ ਕੱਲ੍ਹ ਤੁਹਾਡੇ ਤੋਂ ਹੀ ਸਾਡੇ ਜਿਹੜੇ ਇਨਸਾਈਡ ਪੰਜਾਬ ਦੇ ਜਿਹੜੇ ਫੋਲੋਅਰਸ ਨੇ, ਸਟੂਡੈਂਟਸ ਨੇ, ਇਹਨਾਂ ਦੇ ਵਿੱਚੋਂ ਹੀ ਅੱਗੇ ਜਾ ਕੇ SDM, ਆਉਣ ਵਾਲੇ ਸਾਲ 'ਚ DSP, ਤਹਿਸੀਲਦਾਰ, ਹੋਰ ਕਈ ਤਰ੍ਹਾਂ ਦੇ ਅਫਸਰ ਲੱਗਣਗੇ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਹਨੂੰ ਧਰਮ ਨਾਲ ਆਪਣਾ ਟੀਚਾ ਮਿੱਥ ਕੇ ਅੱਜ ਤੋਂ ਹੀ ਸ਼ੁਰੂ ਹੋ ਜਾਓ। ਹਾਂਜੀ, ਧੰਨਵਾਦ ਜੀ। ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਕਿਵੇਂ ਅਸੀਂ 100 ਡੇਜ਼ ਜਿਹੜੇ ਆਪਣੇ ਕੋਲ ਅਪਰੋਕਸੀਮੇਟ ਸਾਡੇ ਕੋਲ ਹੈਗੇ ਨੇ ਉਸ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ ਟਾਈਮ ਮੈਨੇਜ ਕਰ ਸਕਦੇ ਹਾਂ। ਕਿਸੇ ਵੀ ਵਿਦਿਆਰਥੀ ਨੂੰ ਕੋਈ NCERT ਨਹੀਂ ਮਿਲਦੀ ਜਾਂ ਡਾਊਨਲੋਡ ਨਹੀਂ ਹੁੰਦੀ, ਜਾਂ ਸਾਡੇ ਕੋਲ ਇਨਵਾਇਰਮੈਂਟ ਦੇ ਕੁਝ ਕੁ ਨੋਟਸ ਪਏ ਨੇਗੇ, ਉਹ ਫੋਟੋ ਸਟੇਟ ਫਾਰਮ ਦੇ ਵਿੱਚ ਤੁਸੀਂ ਸਾਨੂੰ WhatsApp ਕਰੋ, ਅਸੀਂ ਤੁਹਾਡੇ ਤੱਕ ਭਾਵੇਂ ਫੋਟੋਕਾਪੀ ਪਹੁੰਚਾਈਏ ਜਾਂ ਜਿਸ ਤਰੀਕੇ ਨਾਲ ਅਵੇਲੇਬਲ ਰਿਸੋਰਸਿਸ ਦੇ ਜਾਂ ਵੇ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾ ਸਕਦੇ ਹੋ। ਅਸੀਂ ਤੁਹਾਡੇ ਲਈ ਹਰ ਤਰੀਕੇ ਦਾ ਮਟੀਰੀਅਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਤਿਆਰੀ ਕਰੋ, ਆਪਣੇ ਹੌਸਲੇ ਨੂੰ ਇੱਕਦਮ ਐਨ ਚੁਸਤ ਅਤੇ ਦਰੁਸਤ ਹੋ ਕੇ ਆਪਣੇ ਟੀਚੇ ਵੱਲ ਨੂੰ ਤੁਰੋ। ਧੰਨਵਾਦ।